ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ। ਇੱਕ ਵਾਰ ਇੱਕ ਮਨੁੱਖ ਸੰਤ ਜੀ ਕੋਲ ਆਉਂਦਾ, ਕਹਿੰਦਾ ਸੰਤ ਜੀ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਕਿ ਸਾਰਾ ਕੁਝ ਰੱਬ ਹੀ ਕਰਦਾ ਹੈ ਜਾਂ ਮੈਂ ਵੀ ਕੁਝ ਕਰ ਸਕਦਾ। ਸੰਤ ਜੀ ਕਹਿੰਦੇ ਕਿ ਜੇ ਮੈਂ ਤੈਨੂੰ ਲਫ਼ਜ਼ਾਂ ਨਾਲ ਸਮਝਾਵਾਂਗਾ ਤਾਂ ਤੈਨੂੰ ਸਮਝ ਨਹੀਂ ਆਉਣਾ, ਮੈਂ ਤੈਨੂੰ ਪ੍ਰਤੱਖ ਕਰਕੇ ਵਿਖਾਉਣਾ। ਕਹਿੰਦੇ ਖੜਾ ਹੋ ਜਾ। ਉਹ ਕਹਿੰਦਾ ਸੰਤ ਜੀ ਕਿਉਂ, ਮੇਰੇ ਤੋਂ ਕੋਈ ਗੁਸਤਾਖੀ ਹੋ ਗਈ? ਸੰਤ ਜੀ ਨੇ ਕਿਹਾ ਨਹੀਂ, ਤੂੰ ਖੜਾ ਹੋ। ਉਹ ਖੜਾ ਹੋਇਆ। ਸੰਤ ਜੀ ਕਹਿੰਦੇ ਇੱਕ ਪੈਰ ਚੁੱਕ। ਉਹਨੇ ਆਪਣਾ ਖੱਬਾ ਪੈਰ ਚੁੱਕ ਲਿਆ। ਸੰਤ ਜੀ ਕਹਿੰਦੇ ਹੁਣ ਆਪਣਾ ਦੂਸਰਾ ਪੈਰ ਵੀ ਚੁੱਕ। ਉਹ ਕਹਿੰਦਾ ਮੈਂ ਦੂਸਰਾ ਪੈਰ ਕਿਵੇਂ ਚੁੱਕ ਸਕਦਾ? ਜੇ ਮੈਂ ਦੂਸਰਾ ਪੈਰ ਚੁੱਕਾਂਗਾ ਤਾਂ ਮੈਂ ਡਿੱਗ ਜਾਵਾਂਗਾ। ਜ਼ਮੀਨ 'ਤੇ ਖੜੇ ਹੋਣ ਲਈ ਕਿਸੇ ਨਾ ਕਿਸੇ ਚੀਜ਼ ਦਾ ਤਾਂ ਸਹਾਰਾ ਚਾਹੀਦਾ ਹੀ ਹੈ, ਅਤੇ ਜੇ ਮੈਂ ਦੋਵੇਂ ਚੁੱਕ ਲਏ ਤਾਂ ਮੈਂ ਫਿਰ ਕਿਵੇਂ ਆਪਣੇ ਡਿੱਗ ਹੀ ਜਾਵਾਂਗਾ। ਸੰਤ ਜੀ ਨੇ ਸਮਝਾਇਆ ਵੀ ਕਰਮ ਦੀ ਚੋਣ ਬੰਦਾ ਕਰ ਸਕਦਾ, ਤੂੰ ਕੀ ਕਰਨਾ ਹੈ ਇਹ ਚੋਣ ਤੂੰ ਕਰ ਸਕਦਾ, ਪਰ ਜਦ ਤੂੰ ਚੋਣ ਕਰ ਲਈ ਫਿਰ ਫਲ ਤੇਰੇ ਹੱਥ ਵਿੱਚ ਨਹੀਂ ਹੁੰਦਾ। ਇਹੀ ਹੈ ਨਾ, ਤੇਰੀ ਮਰਜ਼ੀ ਹੈ, ਤੂੰ ਜੋ ਮਰਜ਼ੀ ਖਾਣਾ ਹੈ ਖਾ ਪੀ, ਤੂੰ ਅੰਮ੍ਰਿਤ ਪੀਣਾ ਅੰਮ੍ਰਿਤ ਪੀ, ਤੂੰ ਹੋਰ ਕੁਝ ਪੀਣਾ ਹੋਰ ਕੁਝ ਪੀ। ਅਤੇ ਜੇ ਮੈਂ ਅੰਮ੍ਰਿਤ ਪੀ ਲੈਣਾ ਉਸ ਦਾ ਫਿਰ ਆਪਣਾ ਅਸਰ ਹੈ, ਅਤੇ ਜੇ ਮੈਂ ਕੋਈ ਹੋਰ ਐਸਾ ਪਦਾਰਥ ਖਾ ਲੈਣਾ ਵਾ ਉਸ ਦਾ ਆਪਣਾ ਅਸਰ ਹੈ। ਜੇ ਹੋਰ ਕੋਈ ਆਪਾਂ ਪਦਾਰਥ ਖਾ ਪੀ ਕੇ ਰੱਜ ਕੇ ਪੀ ਲਵਾਂਗੇ ਤਾਂ ਉਹਦਾ ਆਪ ਹੀ ਆਪਣੀ ਅੱਖਾਂ ਵਿੱਚ ਉਹਦੀ ਚੀਜ਼ ਦਾ ਅਸਰ ਦਿਸੇਗਾ। ਇਹੀ ਹੈ ਨਾ, ਜੇ ਜ਼ਹਿਰ ਦਾ ਪਿਆਲਾ ਪੀ ਲਵਾਂਗਾ, ਜੇ ਆਪਾਂ ਪੀ ਲਈਏ ਤਾਂ ਉਹਦੀ ਆਪੇ ਹੀ ਉਹਦਾ ਅਸਰ ਵੀ ਤਾਂ ਹੋਏਗਾ, ਐਵੇਂ ਤਾਂ ਹੈ ਨਹੀਂ ਵੀ ਨਹੀਂ ਹੋਏਗਾ। ਜੇ ਪਾਣੀ ਪੀ ਲਵਾਂਗੇ ਤਾਂ ਉਹਦੇ ਨਾਲ ਕੀ ਹੈ, ਪਿਆਸ ਬੁਝੇਗੀ। ਇਹੀ ਹੈ ਨਾ, ਰੋਟੀ ਰੱਜ ਕੇ ਖਾ ਲਵਾਂਗੇ ਫਿਰ ਵੀ ਆਖਾਂਗੇ ਵੀ ਮੇਰੇ ਅੰਦਰ ਭੁੱਖ ਬਣੀ ਹੈ, ਐਸੀ ਗੱਲ ਨਹੀਂ ਹੋਵੇਗੀ, ਕਿਉਂਕਿ ਰੋਟੀ ਖਾਧੀ ਹੈ ਤਾਂ ਭੁੱਖ ਤਾਂ ਮਿਟੇਗੀ। ਗੈਰ ਕੁਦਰਤੀ ਗੱਲ ਨਹੀਂ ਹੋ ਸਕਦੀ, ਲੇਕਿਨ ਚੋਣ ਤਾਂ ਆਪਾਂ ਹੀ ਕਰਨੀ ਹੈ। ਐਸਾ ਨਹੀਂ ਹੋ ਸਕਦਾ ਕਿ ਕੱਪੜੇ ਪਹਿਨ ਲਵਾਂ ਅਤੇ ਤਾਂ ਵੀ ਕਹਾਂ ਵੀ ਮੇਰੇ ਤੇ ਸਰੀਰ 'ਤੇ ਕੋਈ ਵਸਤਰ ਹੀ ਨਹੀਂ ਹੈਗਾ, ਵੀ ਮੈਂ ਤਾਂ ਹਜੇ ਕੁਛ ਨਹੀਂ ਪਹਿਨਿਆ। ਹਰ ਕਰਮ ਦੀ ਮਨੁੱਖ ਚੋਣ ਕਰ ਸਕਦਾ, ਅਤੇ ਜਦੋਂ ਚੋਣ ਕਰ ਲੈਂਦਾ ਮਨੁੱਖ ਫਿਰ ਫਸ ਜਾਂਦਾ ਉਸ ਕਰਮ ਬੰਧਨ ਵਿੱਚ। ਜੀਵਨ ਮਨੁੱਖ ਦੇ ਕੋਲ ਹੈ, ਜਨਮ ਅਤੇ ਮਰਨ ਮਨੁੱਖ ਦੇ ਕੋਲ ਨਹੀਂ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਣੀ ਇਹ ਕਹਿੰਦੀ ਹੈ, ਪੁਰਖਾ ਜਿਸ ਵਕਤ ਤੂੰ ਗੁਰਦੁਆਰੇ ਆ, ਸਤਸੰਗਤ ਵਿੱਚ ਆ, ਜੀਵਨ ਨੂੰ ਪਿੱਛੇ ਰੱਖ ਅਤੇ ਆਪਣੀ ਮੌਤ ਨੂੰ ਕਬੂਲ ਕਰ। ਸਾਡੇ ਦੇਸ਼ ਦੇ ਧਾਰਮਿਕ ਮਨੁੱਖ ਕਹਿੰਦੇ ਹਨ ਜਿਸ ਨੂੰ ਮੌਤ ਚੇਤੇ ਹੈ ਉਸ ਨੂੰ ਰੱਬ ਚੇਤੇ ਹੈ। ਜਿਸ ਨੂੰ ਮੌਤ ਚੇਤੇ ਹੈ ਉਹ ਬੰਦਾ ਨਿਰਮਾਣ ਹੁੰਦਾ, ਹੰਕਾਰੀ ਨਹੀਂ ਹੁੰਦਾ। ਜਿਸ ਨੂੰ ਆਪਣੇ ਪ੍ਰਾਣ ਤਿਆਗਣੇ ਚੇਤੇ ਹਨ ਉਹ ਬੜਾ ਪਵਿੱਤਰ ਹੈ, ਪਰ ਜਿਸ ਨੂੰ ਆਪਣੇ ਪ੍ਰਾਣ ਤਿਆਗਣੇ ਅਕਾਲ ਚਲਾਣੇ ਭੁੱਲ ਗਏ ਉਹ ਬਿਲਕੁਲ ਦੈਂਤ ਅਤੇ ਦੁਸ਼ਟ ਬਣ ਜਾਂਦਾ, ਉਹ ਕਿਸੇ ਦਾ ਲਿਹਾਜ਼ ਨਹੀਂ ਕਰੇਗਾ। ਐਵੇਂ ਹੈ ਨਾ, ਭਾਈ ਸਾਹਿਬ ਭਾਈ ਨੰਦ ਲਾਲ ਜੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰ ਬੜਾ ਹੀ ਸੁੰਦਰ ਸਵਾਲ ਕੀਤਾ। ਕੀ ਕਿਹਾ ਸੀ? ਗਮ ਜੀ ਬਾਸ਼ਦ, ਗਮ ਕੀ ਹੈ, ਦੁੱਖ ਕਿਸ ਨੂੰ ਕਹਿੰਦੇ ਨੇ? ਸੱਚ ਜਾਣੋ ਅਜੇ ਸਾਨੂੰ ਦੁੱਖ ਅਤੇ ਸੁੱਖ ਦਾ ਵੀ ਨਹੀਂ ਪਤਾ। ਕੁਛ ਮਿਲ ਜਾਏ ਤਾਂ ਅਸੀਂ ਕਹਿੰਦੇ ਹਾਂ ਸੁੱਖ ਹੈ, ਲੇਕਿਨ ਇੱਕ ਵਿਅਕਤੀ ਤੌਰ 'ਤੇ ਸਹੂਲਤ ਮਿਲਦੀ ਹੈ, ਦੁੱਖ ਆਪਣੀ ਥਾਂ 'ਤੇ ਖੜਾ ਰਹਿੰਦਾ। ਆਪਾਂ ਦੇਖਦੇ ਹਾਂ ਨਿਰਧਨ ਤਾਂ ਦੁਖੀ ਹੈ, ਪਰ ਧਨਵਾਨ ਵੀ ਦੁਖੀ ਹੈ, ਜਿਸ ਕੋਲ ਪੈਸਾ ਹੈ ਉਹ ਵੀ ਦੁਖੀ ਹੈ। ਬਿਮਾਰ ਨੂੰ ਤਾਂ ਦੁੱਖ ਹੋਣਾ ਹੀ ਚਾਹੀਦਾ, ਪਰ ਜੋ ਤੰਦਰੁਸਤ ਹੈ ਉਹ ਵੀ ਦੁਖੀ ਹੈ, ਐਸਾ ਵੇਖਣ ਵਿੱਚ ਆਇਆ। ਕਮਜ਼ੋਰ ਬੰਦਾ ਤਾਂ ਦੁਖੀ ਹੈ, ਪਰ ਜੋ ਬਲਵਾਨ ਹੈ ਉਹ ਵੀ ਦੁਖੀ ਹੈ। ਦੁੱਖ ਜੋ ਨੇ ਉਹ ਸਾਰੇ ਜਗਤ ਵਿੱਚ ਵਿਆਪਕ ਨੇ। ਮਹਾਰਾਜ ਨੇ ਬੜਾ ਸੁੰਦਰ ਨਾਰਾ ਲਾਇਆ ਅਤੇ ਇਸ ਨਾਰੇ ਨੂੰ ਅੱਜ ਸਾਰਾ ਜਗਤ ਕਬੂਲ ਰਿਹਾ। ਨਾਨਕ ਦੁਖੀਆ ਸਭ ਸੰਸਾਰ। ਕੋਈ ਗੱਲ ਹੁੰਦੀ ਆਪਾਂ ਕਹਿ ਦਿੰਦੇ ਹਾਂ ਨਾ ਕਿ ਨਾਨਕ ਦੁਖੀਆ ਸਭ ਸੰਸਾਰ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਭਾਈ ਨੰਦ ਲਾਲ ਜੀ ਨੂੰ, ਗਮ ਚੀ ਬਾਸ਼ਦ, ਗਮ ਕੀ ਹੈ, ਦੁੱਖ ਕੀ ਹੈ ਦੱਸ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਈ ਤਰ੍ਹਾਂ ਦੇ ਸਵਾਲ ਭਾਈ ਨੰਦ ਲਾਲ ਜੀ ਨੇ ਕਰਿਆ ਕਰਦੇ ਸਨ। ਸਾਹਿਬ ਦਾ ਬੜਾ ਭਾਰੀ ਮਾਣ ਸੀ ਨੰਦ ਲਾਲ ਜੀ 'ਤੇ, ਬਈ ਇਹ ਬੜਾ ਜਰਖੇਜ਼ ਦਿਮਾਗ ਦਾ ਬੰਦਾ, ਉਹ ਬਹੁਤ ਸੂਝ ਰੱਖਣ ਵਾਲਾ ਸੀ, ਅਤੇ ਉਹ ਵੀ ਗੁਰੂ ਘਰ ਦਾ ਅਨੰਨ ਭਗਤ ਸੀ। ਸਾਹਿਬ ਨੇ ਇੱਕ ਵਾਰ ਫਿਰ ਵੀ ਸਵਾਲ ਕੀਤਾ, ਭਾਈ ਨੰਦ ਲਾਲ ਅਤੇ ਦੱਸ ਵੀ ਅਸਮਾਨ ਦਾ ਰੰਗ ਕਾਲਾ ਕਿਉਂ ਹੈ? ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ, ਮਹਾਰਾਜ ਮੈਂ ਕੋਈ ਸਾਇੰਸਦਾਨ ਤਾਂ ਹੈ ਨਹੀਂ, ਅਸਮਾਨ ਦਾ ਰੰਗ ਕਾਲਾ ਕਿਉਂ ਹੈ? ਕਰਤਾ ਪੁਰਖ ਜਾਣੇ। ਸਾਹਿਬ ਕਹਿਣ ਲੱਗੇ, ਆਖਿਰ ਭਾਈ ਨੰਦ ਲਾਲ ਤੂੰ ਵੀ ਸ਼ਾਇਰ ਹੈ, ਕਵੀ ਹੈ, ਸ਼ਾਇਰ ਦੀ ਕਲਪਨਾ ਦੇ ਆਸਰੇ ਦੱਸ ਕਿ ਅਸਮਾਨ ਦਾ ਰੰਗ ਕਾਲਾ ਕਿਉਂ ਹੈ? ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਜੇ ਹੁਣ ਕਲਪਨਾ ਦੀ ਗੱਲ ਕਰਦੇ ਹੋ ਤਾਂ ਮੇਰੀ ਕਲਪਨਾ ਇਹ ਕਹਿੰਦੀ ਹੈ
ਮੇਰੇ ਤੜਫੇ ਹੋਏ ਹਿਰਦੇ 'ਚੋਂ, ਮੇਰੇ ਦੁਖੀ ਹਿਰਦੇ 'ਚੋਂ, ਵਿਛੋੜੇ ਨਾਲ ਭਰੇ ਹਿਰਦੇ 'ਚੋਂ ਜਿਹੜੇ ਹੋ ਕੇ ਨਿਕਲਦੇ ਪਏ ਨੇ ਉਹ ਉੱਡ ਕੇ ਅਸਮਾਨ 'ਤੇ ਗਏ ਨੇ। ਉਹਨਾਂ ਸਾੜ ਕੇ ਅਸਮਾਨ ਦਾ ਰੰਗ ਕਾਲਾ ਕਰ ਛੱਡਿਆ। ਇਹ ਮੇਰੇ ਹੋਕਿਆਂ ਦਾ ਸਾੜ ਹੈ। ਭਾਈ ਨੰਦ ਲਾਲ ਨੇ 7 ਕਿਤਾਬਾਂ ਲਿਖੀਆਂ ਨੇ। ਹਰ ਕਿਤਾਬ ਨੂੰ ਗੁਰੂ ਹਰਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ ਹੈ। ਜਦ ਪਹਿਲੀ ਕਿਤਾਬ ਬੰਦਗੀਨਾਮਾ ਸਾਹਿਬ ਦੇ ਚਰਨਾਂ 'ਚ ਰੱਖੀ ਤੇ ਸਾਹਿਬਾਂ ਨੇ ਜਦ ਪੜ੍ਹੀ ਤੇ ਸਾਹਿਬ ਕਹਿਣ ਲੱਗੇ, ਨੰਦ ਲਾਲ, ਇਹ ਨਿਰੀ ਬੰਦਗੀਨਾਮਾ ਹੀ ਨਹੀਂ, ਜ਼ਿੰਦਗੀਨਾਮਾ ਵੀ ਹੈ। ਜਿਹੜਾ ਇਸ ਨੂੰ ਪੜ੍ਹੇਗਾ ਉਹਨੂੰ ਜ਼ਿੰਦਗੀ ਮਿਲੇਗੀ। ਅੱਜ ਤਾਂ ਸਾਡੇ ਪਾਸ ਜਪਜੀ ਸਾਹਿਬ ਪੜ੍ਹਨ ਦਾ ਵੀ ਕੋਈ ਵਕਤ ਨਹੀਂ ਹੈ। ਅਸੀਂ ਭਾਈ ਨੰਦ ਲਾਲ ਨੂੰ ਕਿੱਥੋਂ ਪੜ੍ਹੀਏ? ਭਾਈ ਗੁਰਦਾਸ ਜੀ ਨੂੰ ਕਿੱਥੋਂ ਪੜ੍ਹੀਏ? ਅਸੀਂ ਉਹਨਾਂ ਕਵੀਆਂ ਨੂੰ ਕਿਸ ਤਰ੍ਹਾਂ ਪੜ੍ਹੀਏ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ, ਮਹਾਰਾਜ ਦੀ ਸਿਫਤ ਸਲਾਹ ਕੀਤੀ ਸੀ? ਅਸੀਂ ਸਮੁੱਚੇ ਜਗਤ ਵਿੱਚ ਇੱਕੋ ਹੀ ਕੌਮ ਹੈ, ਸਿੱਖ ਕੌਮ, ਜਿਸ ਪਾਸ ਬੜਾ ਹੀ ਧਾਰਮਿਕ ਸਾਹਿਤ ਹੈ। ਪਰ ਖਿਮਾ ਕਰਨੀ ਜੀ, ਇੱਕੋ ਇੱਕ ਇਹੀ ਕੌਮ ਹੈ ਜੋ ਆਪਣਾ ਸਾਹਿਤ ਨਹੀਂ ਪੜ੍ਹਦੀ, ਆਪਣਾ ਲਿਟਰੇਚਰ ਨਹੀਂ ਪੜ੍ਹਦੀ। ਦੁੱਖ ਕੀ ਹੈ? ਪਰਮਾਤਮਾ ਦੀ ਯਾਦ ਤੋਂ ਦੂਰ ਹੋ ਜਾਣਾ। ਇਹੀ ਦੁੱਖ ਹੈ ਜਦੋਂ ਪਰਮਾਤਮਾ ਤੋਂ ਵਿਸਰ ਕੇ। ਜਿਸ ਘਰ ਵਿੱਚ ਪਰਮਾਤਮਾ ਦੀ ਯਾਦ ਨਹੀਂ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਨਹੀਂ, ਉੱਥੇ ਦੁੱਖਾਂ ਤੋਂ ਇਲਾਵਾ ਕੁਝ ਨਹੀਂ ਹੋਏਗਾ। ਕਿਤਨੇ ਦੁੱਖ ਹੋਣਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫੈਸਲਾ ਹੈ, ਜਿਸ ਦੀ ਸੁਰਤ ਰੱਬ ਨਾਲੋਂ ਟੁੱਟੀ ਹੈ ਨਾ, ਜਿਸ ਦੇ ਦਿਮਾਗ ਵਿੱਚ ਰੱਬ ਦਾ ਚੇਤਾ ਨਹੀਂ ਰਹਿੰਦਾ, ਉੱਥੇ ਕਿੰਨੇ ਦੁੱਖ ਹੋਣਗੇ। ਜਿੰਨੇ ਸਰੀਰਕ ਰੋਗ ਨੇ, ਜਿੰਨੇ ਮਾਨਸਿਕ ਰੋਗ ਨੇ, ਜਿਤਨੇ ਸੰਸਾਰਿਕ ਰੋਗ ਨੇ, ਸਾਰੇ ਦੇ ਸਾਰੇ ਉਸ ਬੰਦੇ ਨੂੰ ਆ ਚਿੰਬੜਦੇ ਨੇ। ਜਿਹੜਾ ਬੰਦਾ ਸੁੱਖ ਵਿੱਚ ਪਰਮਾਤਮਾ ਨਾਲੋਂ ਆਪਣੇ ਸੰਬੰਧ ਤੋੜ ਕੇ ਰੱਖਦਾ, ਉਸ ਪਰਮਾਤਮਾ ਦੀ ਯਾਦ 'ਚ ਜੁੜ ਬੈਠੋ। ਭਾਈ ਨੰਦ ਲਾਲ ਕਹਿੰਦੇ ਨੇ, ਇਸ ਨਾਲੋਂ ਵੱਡੀ ਹੋਰ ਕੋਈ ਖੁਸ਼ੀ ਨਹੀਂ, ਔਰ ਇਤਨੀ ਵੱਡੀ ਖੁਸ਼ੀ ਕਿ ਦੁਨੀਆ ਦਾ ਕੋਈ ਬੰਦਾ ਇਸ ਤੋਂ ਵਾਂਝਾ ਵੀ ਨਹੀਂ ਰਹਿ ਸਕਦਾ। ਜੇ ਚਾਹੇ ਤਾਂ ਪ੍ਰਾਪਤ ਕਰ ਸਕਦਾ, ਕਿਉਂਕਿ ਵਾਹਿਗੁਰੂ ਤਾਂ ਹਰ ਥਾਂ 'ਤੇ ਨੇ। ਸਾਨੂੰ ਤਾਂ ਕੋਈ ਮਾਮੂਲੀ ਜਿਹਾ ਕੋਈ ਬੰਦਾ ਗੱਲ ਆਖਦਾ ਹੈ ਅਤੇ ਆਪਾਂ ਬੇਚੈਨ ਹੋ ਜਾਂਦੇ ਹਾਂ, ਪਰੇਸ਼ਾਨ ਹੋ ਜਾਂਦੇ ਹਾਂ, ਦੁਖੀ ਹੋ ਜਾਂਦੇ ਹਾਂ। ਅਸੀਂ ਦੇਖਦੇ ਹਾਂ ਕਿ ਕਈਆਂ ਦੀ ਸੁਰਤ ਇਤਨੀ ਉੱਚੀ ਹੈ ਕਿ ਸਾਰਾ ਜਗਤ ਵੀ ਉਹਨਾਂ ਨੂੰ ਅਗਰ ਦੁੱਖ ਦੇਣ ਦੀ ਕੋਸ਼ਿਸ਼ ਕਰੇ ਤਾਂ ਵੀ ਮੁਸਕਰਾਉਂਦੇ ਰਹਿੰਦੇ ਹਨ। ਉਹ ਪ੍ਰਸੰਨਤਾ ਵਿੱਚ ਰਹਿੰਦੇ ਨੇ। ਐਵੇਂ ਹੈ ਨਾ, ਉਹਨਾਂ ਨੂੰ ਜੀਵਨ ਦੀ ਅਸਲੀਅਤ ਦਾ ਪਤਾ ਚੱਲ ਗਿਆ, ਸੰਸਾਰ ਦੀ ਅਸਲੀਅਤ ਦਾ ਪਤਾ ਚੱਲ ਗਿਆ। ਇਸ ਗੱਲ ਦਾ ਪਤਾ ਚੱਲ ਗਿਆ ਹੈ ਕਿ ਜੀਵਨ ਸਾਡੇ ਕੋਲ ਹੈ ਅਤੇ ਜੰਮਣਾ ਔਰ ਮਰਨਾ ਸਾਡੇ ਕੋਲ ਨਹੀਂ। ਜੰਮੇ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਅਤੇ ਅਕਾਲ ਚਲਾਣੇ ਵੀ ਆਪਣੀ ਮਰਜ਼ੀ ਨਾਲ ਨਹੀਂ। ਅੱਜ ਤੱਕ ਆਪਣੀ ਮਰਜ਼ੀ ਨਾਲ ਨਾ ਕੋਈ ਜੰਮਿਆ ਅਤੇ ਨਾ ਹੀ ਕੋਈ ਇੱਥੋਂ ਗਿਆ। ਉਜੈਨ ਦਾ ਇੱਕ ਰਾਜਾ ਸੀ, ਉਹ ਬੜਾ ਪ੍ਰਸਿੱਧ ਸੀ, ਸਿਆਣਾ ਅਤੇ ਭਗਤੀ ਭਾਵ ਵਾਲਾ ਸੀ। ਇਹਦਾ ਇੱਕੋ ਇੱਕ ਇਕਲੌਤਾ ਬੇਟਾ ਸੀ, ਉਹ ਵੀ ਆਖਰੀ ਦਮਾਂ 'ਤੇ ਪਿਆ ਸੀ। ਸ਼ਾਹੀ ਵੈਦਾਂ ਨੇ ਜਵਾਬ ਦੇ ਦਿੱਤਾ ਕਿ ਰਾਜਨ, ਹੁਣ ਸਾਡੇ ਵਾਸਤੇ ਗੱਲ ਨਹੀਂ ਰਹੀ, ਅਸੀਂ ਹੁਣ ਇਸ ਨੂੰ ਨਹੀਂ ਬਚਾ ਸਕਦੇ, ਅਸੀਂ ਇਸ ਦਾ ਇਲਾਜ ਨਹੀਂ ਕਰ ਸਕਦੇ। ਜਦੋਂ ਬੰਦਾ ਚਾਰੇ ਪਾਸੇ ਤੋਂ ਬੇਆਸਰਾ ਹੋਵੇ ਨਾ, ਉਦੋਂ ਹੀ ਰੱਬ ਦਾ ਆਸਰਾ ਪਕੜਦਾ। ਇਸ ਤੋਂ ਪੇਸ਼ਤਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜੇ ਤੂੰ ਸਾਰੇ ਆਸਰੇ ਟੁੱਟ ਜਾਣ ਤੇ ਰੱਬ ਦਾ ਹੀ ਆਸਰਾ ਪਕੜਨਾ। ਫਿਰ ਸਭ ਤੋਂ ਪਹਿਲਾਂ ਹੀ ਰੱਬ ਦਾ ਆਸਰਾ ਪਕੜ, ਤਾਂ ਕਿ ਤੈਨੂੰ ਹੋਰ ਆਸਰੇ ਲੱਭਣ ਦੀ, ਤੱਕਣ ਦੀ ਲੋੜ ਹੀ ਨਾ ਪਵੇ। ਆਪਾਂ ਕੀ ਕਰਦੇ ਹਾਂ, ਜਦੋਂ ਕੋਈ ਮੁਸੀਬਤ ਆਉਂਦੀ ਨਾ, ਪਹਿਲਾਂ ਮਨੁੱਖ ਵੇਖਦੇ ਹਾਂ ਵੀ ਇਹਦਾ ਸਾਰਾ ਮਿਲ ਜਾਏਗਾ, ਇਹਦਾ ਮਿਲ ਜਾਏਗਾ। ਜਦੋਂ ਨਹੀਂ, ਫਿਰ ਆਪਾਂ ਰੱਬ ਕੋਲ ਜਾਂਦੇ ਹਾਂ। ਪਰ ਚਾਹੀਦਾ ਕੀ ਹੈ? ਪਹਿਲਾਂ ਰੱਬ ਦਾ। ਐਵੇਂ ਹੋਣਾ ਚਾਹੀਦਾ ਨਾ। ਗੁਰੂ ਕੀ ਹੈ? ਗਰੀਬ ਨਿਵਾਜ। ਕਿਸੇ ਧਾਰਮਿਕ ਗ੍ਰੰਥ ਵਿੱਚ ਇਹ ਨਹੀਂ ਲਿਖਿਆ ਕਿ ਉਹ ਈਸ਼ਵਰ ਅਮੀਰ ਨਵਾਜ ਹੈ। ਲਿਖਿਆ ਕੋਈ ਵੀ ਐਸੀ ਧਾਰਮਿਕ ਪੁਸਤਕ ਨਹੀਂ। ਉਸ ਲਈ ਤਾਂ ਇਹ ਆਖਿਆ ਗਿਆ ਹੈ ਕਿ ਗਰੀਬ ਨਿਵਾਜ ਦੀਨ ਦਿਆਲ ਹੈ। ਐਸਾ ਕਿਉਂ ਆਖਿਆ ਗਿਆ ਕਿ ਰੱਬ ਸਿਰਫ ਗਰੀਬਾਂ ਦਾ, ਅਮੀਰਾਂ ਦਾ ਨਹੀਂ? ਦਰਅਸਲ ਗੱਲ ਇਹ ਹੈ ਕਿ ਅਮੀਰ ਨੂੰ ਧਨ ਤਾਂ ਇਤਨਾ ਮਾਣ ਹੁੰਦਾ ਹੈ ਕਿ ਉਹ ਗੁਰੂ ਦਾ ਮਾਣ ਕਰ ਹੀ ਨਹੀਂ ਸਕਦਾ। ਅਮੀਰ ਨੂੰ ਆਪਣੇ ਮਹਿਲ ਮਾੜੀਆਂ 'ਤੇ ਇਤਨਾ ਮਾਣ ਹੁੰਦਾ ਹੈ ਕਿ ਰੱਬ ਦੇ ਮਾਣ ਕਰ ਹੀ ਨਹੀਂ ਸਕਦਾ। ਮਾਣ ਭਗਤਾਂ ਕੋਲ ਹੀ ਹੁੰਦਾ, ਭਗਤ ਨਿਮਾਣੇ ਹੁੰਦੇ ਹਨ। ਧਨਵਾਨ ਦਾ ਧਨ 'ਤੇ ਇਤਨਾ ਮਾਣ ਹੁੰਦਾ ਹੈ ਕਿ ਉਹ ਰੱਬ ਦਾ ਮਾਣ ਕਰਦਾ ਹੀ ਨਹੀਂ। ਅਤੇ ਜੇ ਧਨ ਹੁੰਦਿਆਂ ਕਿਸੇ ਨੂੰ ਧਨ ਦਾ ਮਾਣ ਨਹੀਂ ਅਤੇ ਰੱਬ ਦਾ ਮਾਣ ਹੈ, ਤਾਂ ਖਿਮਾ ਕਰਨੀ ਉਸ ਵਰਗਾ ਉੱਤਮ ਬੰਦਾ ਵੀ ਹੋਰ ਕੋਈ ਨਹੀਂ। ਰਾਜਾ ਜਨਕ ਨਾ ਸੋਨੇ ਦੇ ਸਿੰਘਾਸਨ 'ਤੇ ਬੈਠਦਾ ਸੀ, ਲੇਕਿਨ ਮਜਾਲ ਹੈ ਕਿ ਉਹਨੂੰ ਧਨ ਦਾ ਮਾਣ ਹੋਵੇ। ਸ਼ਾਹੀ ਵੈਦਾਂ ਨੇ ਵੀ ਜਵਾਬ ਦਿੱਤਾ, ਰਾਜਨ, ਸਾਡੇ ਵਾਸਤੇ ਗੱਲ ਨਹੀਂ, ਇਸ ਬੱਚੇ ਨੂੰ ਹੁਣ ਅਸੀਂ ਨਹੀਂ ਜੀਵਾ ਕਰ ਸਕਦੇ। ਬੜਾ ਦੁਖੀ ਅਤੇ ਬੇਜ਼ਾਰ ਹੋਇਆ ਰਾਜਾ। ਸੋਚਦਾ ਕਿ ਇੱਕੋ ਇੱਕ ਮੇਰਾ ਬੱਚਾ ਹੈ, ਜਿਸਨੇ ਰਾਜ ਭਾਟ ਸੰਭਾਲਣਾ ਸੀ, ਰਾਜ ਕਰਨਾ ਸੀ, ਉਹ ਵੀ ਜਾ ਰਿਹਾ, ਆਖਰੀ ਦਮਾਂ 'ਤੇ ਹੈ। ਅਤੇ ਰਾਜਾ ਗਹਿਰੀ ਸੋਚ ਵਿੱਚ ਪੈ ਗਿਆ। ਕਾਫੀ ਦਫਾ ਗਹਿਰੀ ਸੋਚ ਵਿੱਚ ਪਿਆ, ਨੀਂਦ ਆ ਜਾਂਦੀ ਅਤੇ ਰਾਜੇ ਨੂੰ ਵੀ ਬਹੁਤ ਸੋਚ ਨਾਲ ਨੀਂਦ ਆ ਗਈ। ਰਾਣੀ ਕੋਲ ਬੈਠੀ ਹੈ। ਨੀਂਦ ਵਿੱਚ ਆਇਆ ਸੁਪਨਾ। ਕੀ ਸੁਪਨਾ ਕੀ ਸੀ ਕਿ ਮੈਂ ਇੱਕ ਛਤਰਪਤੀ ਰਾਜਾ, ਮੇਰੇ 6 ਬੱਚੇ ਨੇ, ਨੂੰਹਾਂ ਨੇ, ਪੋਤਰੇ ਨੇ, ਅਤੇ ਮੈਂ ਸੁਪਨੇ ਵਿੱਚ ਇਹਨਾਂ 6 ਬੱਚਿਆਂ 'ਚ ਬੈਠ ਕੇ ਰੋਟੀ ਖਾ ਰਿਹਾ। ਆਪਸ ਵਿੱਚ ਗੱਲਾਂ ਪਏ ਕਰਦੇ ਨੇ।
ਰਾਜਾ ਤੇ 6 ਬੱਚੇ ਅੱਗੋਂ ਨੇ। ਐਸਾ ਸੁਪਨਾ ਸੁੱਖਾਂ ਨਾਲ ਭਰਿਆ ਹੀ ਵੇਖ ਰਿਹਾ ਸੀ। ਇੱਧਰ ਜਿਹੜਾ ਬੱਚਾ ਸੀ ਉਸਦਾ ਆਖਰੀ ਦਮ ਨਿਕਲ ਗਿਆ, ਤੇ ਜਿਉਂ ਆਖਰੀ ਦਮ ਨਿਕਲਿਆ ਕੋਲ ਬੈਠੀ ਰਾਣੀ ਨੇ ਧਾਇਆਂ ਮਾਰ ਕੇ ਰੋ ਉੱਠੀ। ਜਦੋਂ ਚੀਕ ਨਿਕਲੀ ਤੇ ਰਾਜੇ ਦੀ ਅੱਖ ਖੁੱਲ੍ਹ ਗਈ, ਤੇ ਜਿਉਂਦੀ ਉਸਦੀ ਅੱਖ ਖੁੱਲ੍ਹੀ ਤੇ ਰਾਜਾ ਮੁਸਕਰਾਉਣ ਲੱਗ ਗਿਆ। ਰਾਣੀ ਕਹਿਣ ਲੱਗੀ, ਪਾਗਲ ਹੋ ਗਿਆ? ਇੱਕੋ ਇੱਕ ਬੱਚਾ ਜਾਂਦਾ ਰਿਹਾ, ਤੁਸੀਂ ਹੱਸਦੇ ਹੋ? ਇਹ ਕੋਈ ਹਾਸੇ ਦੀ ਗੱਲ ਹੈ? ਰਾਜਾ ਕਹਿੰਦਾ, ਅੱਜ ਕੋਈ ਜ਼ਿੰਦਗੀ ਦੀ ਅਸਲੀਅਤ ਦਾ ਪਤਾ ਚੱਲਿਆ। ਜਦੋਂ ਮੇਰੀ ਅੱਖ ਖੁੱਲ੍ਹੀ ਸੀ ਤੇ ਮੈਂ ਜਾਗਦਾ ਸੀ, ਮੈਂ ਇੱਕ ਬੱਚੇ ਦਾ ਪਿਓ ਸੀ, ਤੇ ਜਦੋਂ ਮੈਂ ਸੋ ਗਿਆ ਮੇਰੀ ਅੱਖ ਬੰਦ ਹੋਈ ਤੇ ਮੈਂ 6 ਬੱਚਿਆਂ ਦਾ ਪਿਓ ਬਣ ਗਿਆ। ਹੁਣ ਜਦ ਮੇਰੀ ਅੱਖ ਖੁੱਲ੍ਹੀ ਏ ਤੇ ਨਾ ਹੀ ਉਹ 6 ਨੇ ਤੇ ਨਾ ਹੀ ਇਹ ਇੱਕ ਹੈ। ਮੈਂ ਸੋਚਦਾ ਹਾਂ ਕਿ ਮੈਂ ਹੁਣ ਉਹਨਾਂ 6 ਨੂੰ ਰੋਵਾਂ ਜਾਂ ਇੱਕ ਨੂੰ। ਮੈਂ ਅੱਜ ਇਹ ਪਤਾ ਚੱਲਿਆ ਹੈ ਕਿ ਇੱਕ ਜੈਸੇ ਉਹ 6 ਸੁਪਨੇ ਸਨ, ਤੈਸੇ ਹੀ ਇਹ ਇੱਕ ਸੁਪਨਾ ਹੈ। ਫ਼ਰਕ ਸਿਰਫ ਇਤਨਾ ਹੈ, ਉਹ ਅੱਖਾਂ ਬੰਦ ਦਾ ਸੁਪਨਾ ਸੀ, ਇਹ ਅੱਖ ਖੁੱਲ੍ਹੀ ਦਾ ਸੁਪਨਾ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਪੁਰਖਾ ਜੀਵਨ ਤੇਰੇ ਹੱਥ ਵਿੱਚ ਹੈ, ਜੰਮਣਾ ਤੇ ਮਰਨਾ ਤੇਰੇ ਹੱਥ ਵਿੱਚ ਨਹੀਂ, ਤੇਰੀ ਮਰਜ਼ੀ ਵਿੱਚ ਨਹੀਂ। ਤੇ ਜਿਸ ਦੀ ਮਰਜ਼ੀ ਵਿੱਚ ਹੋਇਆ ਹੈ ਉਸ ਦੇ ਅੱਗੇ ਸਿਜਦਾ ਕਰ, ਉਹਨੂੰ ਮੱਥਾ ਟੇਕ, ਤੇ ਜਿਉਂ-ਜਿਉਂ ਭਾਣਾ ਮੰਨੇਗਾ ਤਾਂ ਉਸ ਪੂਰਨ ਪਰਮਾਤਮਾ ਦੀ ਪ੍ਰਸੰਨਤਾ ਹੋਵੇਗੀ। ਉਵੇਂ ਹੀ ਤੇਰੀ ਜ਼ਿੰਦਗੀ ਆਪੇ ਸੁਖਾਲੀ ਹੋ ਜਾਏਗੀ।